ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਸਾਧ ਸੰਗਤ ਜੀ ਆਪ ਜੀ ਇਹਨਾਂ ਵਿਸ਼ੇਸ਼ ਗੁਰਮਤ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ ਕੁਝ ਕੁ ਸਮਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਇਤਿਹਾਸ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਸਾਧ ਸੰਗਤ ਜੀ, ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੇ, ਗੁਰਸਿੱਖਾਂ ਦਾ ਇਤਿਹਾਸ ਹੈ, ਹੋਰ ਸਿੱਖ ਜਗਤ ਵਿੱਚ ਬੇਅੰਤ ਇਤਿਹਾਸ ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਆਪਣਾ ਲੰਮੇਰਾ ਇਤਿਹਾਸ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਦ ਸੰਸਾਰ ਦੇ ਗ੍ਰੰਥ ਨੇ ਜਿਨ੍ਹਾਂ ਦੇ ਨਾਲ ਗੁਰੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਸਾਰ ਤੋਂ ਆਉਣ ਤੋਂ ਪਹਿਲਾਂ ਇਸ ਸੰਸਾਰ ਦੀ ਦਸ਼ਾ ਕੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਉਸ ਦਸ਼ਾ ਨੂੰ ਦਰਸਾਇਆ ਹੈ, ਅੰਕਿਤ ਕੀਤਾ ਹੈ। ਅਕਾਲ ਪੁਰਖ ਜੀ ਦੇ ਘਰ ਤੋਂ ਸੰਸਾਰ ਦੇ ਉੱਪਰ ਭੇਜੇ ਹੋਏ ਪੀਰ, ਪੈਗੰਬਰ, ਔਲੀਏ, ਸੰਤ ਮਹਾਤਮਾਵਾਂ ਨੇ ਸੰਸਾਰ ਦੇ ਲੋਕਾਂ ਦੇ ਭਲੇ ਦੇ ਵਾਸਤੇ ਉਸ ਅਕਾਲ ਪੁਰਖ ਦੇ ਘਰ ਦਾ ਗਿਆਨ ਸੰਸਾਰ ਦੇ ਲੋਕਾਂ ਦੇ ਵਿੱਚ ਵੰਡਿਆ। ਪਰ ਹੋਇਆ ਕਿ ਸਾਧ ਸੰਗਤ ਜੀ, ਉਹ ਜਿਹੜੇ ਮਹਾਨ ਪੁਰਸ਼, ਮਹਾਨ ਆਤਮਾਵਾਂ ਸਨ, ਉਹਨਾਂ ਨੇ ਆਪਣੇ ਬੋਲਾਂ ਨੂੰ ਕਿਸੇ ਗ੍ਰੰਥ ਵਿੱਚ ਆਪਣੇ ਹੱਥਾਂ ਦੇ ਨਾਲ ਕਲਮਬੰਦ ਨਾ ਕੀਤਾ, ਤੇ ਜਿਹੜੇ ਉਹਨਾਂ ਦੇ ਅੱਗੋਂ ਪੈਰੋਕਾਰ ਸਨ, ਉਹਨਾਂ ਨੇ ਕਈ ਸੈਂਕੜੇ ਸਾਲ ਬਾਅਦ ਉਹਨਾਂ ਬੋਲਾਂ ਨੂੰ ਗ੍ਰੰਥ ਦੇ ਰੂਪ ਦੇ ਵਿੱਚ ਦਰਜ ਕੀਤਾ। ਉਹਨਾਂ ਦੇ ਵਿੱਚ ਆਪਾਂ ਕੁਰਾਨ ਮਜੀਦ ਹੈ, ਬਾਈਬਲ ਹੈ, ਜਾਂ ਹੋਰ ਧਾਰਮਿਕ ਗ੍ਰੰਥ ਨੇ, ਜਿਹੜੇ ਜਿਵੇਂ ਜਿਵੇਂ ਸਮੇਂ ਦੇ ਨਾਲ ਇਹਨਾਂ ਸਮੇਂ ਦਾ ਵਕਫਾ ਪੈ ਗਿਆ, ਅੰਤਰਾਲ ਹੋਇਆ, ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਦੇ ਵਿੱਚ ਫਰਕ ਪੈ ਗਿਆ ਸਾਧ ਸੰਗਤ ਜੀ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਉਸ ਅਕਾਲ ਪੁਰਖ ਦੇ ਘਰ ਤੋਂ ਆਈ ਹੋਈ ਬਾਣੀ ਨੂੰ ਅੰਕਿਤ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਤੇ ਆਏ ਤੇ ਉਹਨਾਂ ਦਾ ਆਉਣਾ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਸੂਰਜ ਦੇ ਵਾਂਗ ਚਮਕੇ ਨੇ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਜਿਵੇਂ ਜੰਗਲ ਦੇ ਵਿੱਚ ਸ਼ੇਰ ਭਬਕ ਮਾਰੇ ਤੇ ਹਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਨੇ, ਗੁਰੂ ਨਾਨਕ ਦੇਵ ਮਹਾਰਾਜ ਦੀ ਸਿੰਘ ਗਰਜ ਸੰਸਾਰ ਦੇ ਵਿੱਚ ਮਹਾਰਾਜ ਜਦੋਂ ਆਏ ਤੇ ਮਹਾਰਾਜ ਨੇ ਸ਼ਬਦ ਦਾ ਆਸਰਾ ਲਿਆ। ਕਿਉਂਕਿ ਅੱਜ ਆਪਾਂ ਸ਼ਬਦ ਦੀ ਗੱਲ ਕਰ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਿਸ ਤਰ੍ਹਾਂ ਹੋਈ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਜਿਹੜਾ ਸ਼ਬਦ ਹੈ ਉਹ ਸੰਸਾਰ ਦੇ ਉੱਪਰ ਵਿਸਤਾਰ ਕਰ ਰਿਹਾ ਹੈ। ਹਾਲਾਂਕਿ ਉਸ ਅਕਾਲ ਪੁਰਖ ਦੇ ਘਰ ਦਾ ਜਿਹੜਾ ਕਲਾਮ ਹੈ, ਉਸ ਅਕਾਲ ਪੁਰਖ ਦੇ ਘਰ ਦਾ ਜਿਹੜਾ ਸ਼ਬਦ ਹੈ, ਇਹ 300 ਸਾਲ ਪਹਿਲਾਂ ਵੀ ਇਸ ਧਰਤੀ ਤੇ ਆ ਚੁੱਕਾ ਹੈ। ਉਹਦੇ ਵਿੱਚ ਬਾਬਾ ਫਰੀਦ ਜੀ ਤੇ ਭਗਤ ਜੈਦੇਵ ਜੀ ਦੇ ਮਹਾਨ ਬੋਲ ਨੇ। ਪਰ ਸਾਧ ਸੰਗਤ ਜੀ, ਹਿੰਦੁਸਤਾਨ ਦੀ ਫਿਰਕਾ ਪ੍ਰਸਤੀ ਦੀ ਹਨੇਰੀ ਦੇ ਵਿੱਚ ਇਹਨਾਂ ਸ਼ਬਦਾਂ ਨੇ ਕਿਸੇ ਬਹੁਤੇ ਖੁੱਲੇ ਦਾਇਰੇ ਦੇ ਵਿੱਚ ਵਿਸਤਾਰ ਨਹੀਂ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਨੇਤਰ ਬੰਦ ਕਰਕੇ ਸੰਸਾਰ ਦੇ ਵੱਲ ਝਾਤ ਮਾਰੀ ਤੇ ਮਹਾਰਾਜ ਨੇ ਕੀ ਵੇਖਿਆ ਕਿ ਜਿਹੜਾ ਸੰਸਾਰ ਹੈ, ਇਹ ਜਿਹੜੀ ਲੋਕਾਈ ਹੈ, ਇਹ ਤਪਦੀ ਹੈ, ਇਹ ਸੜ ਬਲ ਰਹੀ ਹੈ, ਇਹ ਲੁੱਛਦੀ ਹੈ। ਤੇ ਮਹਾਰਾਜ ਇਸ ਤਪਦੀ ਹੋਈ ਲੋਕਾਈ ਨੂੰ ਠਾਰਨ ਦੇ ਵਾਸਤੇ ਸ਼ਬਦ ਦਾ ਆਸਰਾ ਲੈ ਕੇ ਤੇ ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਸੰਸਾਰ ਦੇ ਭਲੇ ਦੇ ਹਿੱਤ ਤੁਰੇ ਨੇ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ ਰੂਣਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸੂ ਬਣਾਈ, ਬਾਬਾ ਪਹਿਦਾ ਸੱਚਖੰਡ ਨੌ ਨਿਧ ਨਾਮ, ਗਰੀਬੀ ਪਾਈ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ।
गुरु नानक साहब महाराज ने नेत्र बंद कीते ते वेख्या कि इस संसार के लोक ते सड़दे बल रहे ने, ये तपदी है लुकाई। ते महाराज कहते कारण की बाजों गुरु गुबार है करदी सुनी लुकाई, कि गुरु तो बगैर अंधकार है इन्हां संसार के लोगों के अंदर। धन गुरु नानक देव जी महाराज का संसार ते आउणा, बलिओ चिराग अंधियार में सब कल उदरी, एक नाम धर्म प्रगट सगल हर, भवन में जन नानक गुर पार ब्रह्म। गुरु नानक देव जी महाराज संसार के उपर चले ने, चढ़िया सोधन धरतु लुकाई, भाई साहब भाई गुरदास कहते ने। ते गुरु नानक देव महाराज जिथे जिथे भी गए साध संगत जी, गुरु नानक साहब ने कोई करामात नहीं विखाई। जे ठग नूं सचमुच सज्जण बनाया ते महाराज ने कोई करामात नहीं विखाई। उत्थे महाराज ने अकाल पुरख दे घर दा महान बोल, वो शब्द ही उच्चारण किया है, वो बाणी है, उसनूं महाराज ने कीर्तन दे राही उच्चारण किया, जिसनूं महाराज बाणी विच कहंदे ने, उजल कहां चिलकना घोटम कालड़ी मास धोतियां जूठ ना उतरै, जेसू धोवा तिस सज्जण से ही नाल मैं चलदे नाल चलन, जिथे लेखा मंगीऐ तिथे खड़े दिसन। एक विद्वान दे बड़े सुंदर बोल ने मैनूं चेते आए ने साध संगत जी। वो कहंदा, नदरे रहमत जिस तरफ इशारा, नानक कर दिया जर्रे को सूरज किया, कतरे को दरिया कर दिया, दैंतों को साध बना, सज्जन को सज्जन किया। ते वो कहंदा कि बंदों की क्या बात है, रीठे को मीठा किया। कि गुरु नानक साहब ते रीठियां नूं मिठा करन तक महाराज समर्था रखते ने। ऐसियां बख्शिशां दे दाते ने हजूर गुरु नानक साहब। धन गुरु नानक देव महाराज जिथे जिथे भी गए साध संगत जी, इस शब्द नूं नाल लैके गए ने। ते जिथे भी महाराज ने किसी का भला करना सी, कहन लगे कि मरदाना जी रबाब छेड़ो, बाणी आई है। ते महाराज एक ग्राउंड लैवल सैट करते सन, उत्थे फिर महाराज इस बाणी का कीर्तन करते सन। धन गुरु नानक देव जी महाराज बख्शिशां दे दाते, जिन्हां ने इस शब्द के द्वारा बाणी के द्वारा उस अकाल पुरख के घर के महान बोल ज्ञान के द्वारा संसार का भला किया। महाराज ने चार उदासियां, चार प्रचारक आपां दौरे कह सकते हैं, महाराज ने कीते ने। साध संगत जी, धन गुरु नानक देव जी महाराज उन्हां भगत सहबानां दे अस्थानां ते गए, जिन्हां दे विच 15 भगत ने। बाबा फरीद जी ने, भगत नामदेव जी ने, भगत जयदेव जी ने, रामानंद जी ने, सैण जी ने, सदना जी ने, इत्यादि बड़े भगत ने, जिन्हां दी महाराज ने बहुतात विच बाणी नूं एकत्र कीता। धन गुरु नानक देव जी महाराज जिथे अपने हाथ विच एक पोथी रखते हैं, भाई साहब भाई गुरदास कहते ने, आसा हथ किताब कश कुंजा बाग मुसला धारी। कि गुरु नानक देव महाराज के हथ विच एक डांग है, ते एक महाराज दे कोल पोथी है, किताब है। ते महाराज उहदे विच बाणी नूं अंकित करते हैं, लिख लेंदे ने। पुरातन जन्म साखी ये गवाही भरदी है कि महाराज की बाणी नूं 5 सिख भी लिखते सन, जिन्हां दे नाम सन भाई हंसू लोहार, भाई शिया जी, भाई सैदो क्यों, इस तरह भाई भगीर ते भाई मनसुख, ये भी हजूर की बाणी नूं पोथियां दे विच लिखते सन। धन गुरु नानक देव जी महाराज ने जिथे शब्द नूं संसार दे लोकां दी झोली दे विच पाया, उत्थे महाराज कहंदे मेरा गुरु भी शब्द है। धन गुरु नानक देव जी महाराज की जदों विचार गोष्ठी सिद्धा दे नाल हुई, ते सिद्धा ने महाराज ते एक सवाल किया सी, साध संगत जी, कवन मूल कवन मत वेला, तेरा कवन गुरु जिसका तू चेला। ते धन गुरु नानक देव महाराज ने जवाब दिता सी, पवन आरंभ सतगुर मत वेला, शब्द गुरु सुरत धुन चेला। कि मेरा गुरु शब्द है, मैं शब्द का पुजारी हाँ, मैं किसी देहधारी इंसान का पुजारी नहीं। धन गुरु नानक देव जी महाराज की 3 वार सिद्धां दे नाल
साध संगत जी वार्ता हुई नानक मते ਉੱਚੇ ਸੁਮੇਰ ਪਰਬਤ ਤੇ ਅਚਲ ਬਟਾਲੇ ਦੀ ਧਰਤੀ ਦੇ ਉੱਪਰ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧ ਸਵਾਲ ਕਰਦੇ ਨੇ। ਕਹਿਣ ਲੱਗੇ, ਸਿੱਧ ਬੋਲਣ ਸੁਣ ਨਾਨਕਾ, ਤੋਹੇ ਜਗ ਨੂੰ ਕਰਾਮਾਤ ਵਿਖਾਈ, ਕੁਝ ਵਿਖਾਲੇ ਅਸਾਂ ਨੂੰ ਤੋਹ ਕਿਉਂ ਢਿਲ ਅਵੇਹੀ ਲਾਈ। ਕਹਿੰਦੇ ਕਿ ਇਹ ਨਾਨਕ ਜੀ ਤੁਸੀਂ ਜਗ ਨੂੰ ਕਰਾਮਾਤ ਵਿਖਾਈ ਹੈ। ਸਾਡੀ ਸੈਂਕੜੇ ਸਾਲ ਦੀ ਉਮਰ, ਸਾਡੀਆਂ ਇੰਨੀਆਂ ਲੰਮੀਆਂ ਚਿੱਟੀਆਂ ਦਾੜੀਆਂ, ਇੰਨੇ ਘੰਟਿਆਂ ਦੀ ਸਾਡੀ ਸਾਧਨਾ, ਸਾਡੇ ਚੌਂਕੜੇ, ਅਸੀਂ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਬੈਠੇ ਹਾਂ। ਪਰ ਨਾਨਕ ਜੀ ਤੁਸੀਂ ਜਿੱਥੇ ਵੀ ਗਏ, ਸੰਸਾਰ ਨੇ ਤੁਹਾਡੇ ਅੱਗੇ ਸੀਸ ਝੁਕਾਇਆ, ਸਫਲਤਾ ਨੇ ਤੁਹਾਡੇ ਕਦਮਾਂ ਨੂੰ ਚੁੰਮਿਆ, ਪਰ ਅਸੀਂ ਐਸਾ ਕੁਝ ਕਰ ਨਹੀਂ ਸਕੇ। ਇਹਦਾ ਕਾਰਨ ਕੀ ਹੈ? ਤੁਹਾਡੇ ਕੋਲ ਐਸੀ ਕੀ ਕਰਾਮਾਤ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜਾ ਸੁੰਦਰ ਉੱਤਰ ਦਿੱਤਾ। ਨਾਨਕ ਬੋਲੇ, ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ, ਓਟ ਨਹੀਂ ਹੈ ਰਾਈ। ਕਹਿੰਦੇ ਇੱਕ ਗੁਰੂ ਕੀ ਸੰਗਤ ਤੇ ਇੱਕ ਅਕਾਲ ਪੁਰਖ ਦੇ ਘਰ ਦੀ ਬਾਣੀ, ਇਹ ਦੋ ਚੀਜ਼ਾਂ ਹੀ ਮੈਂ ਲੈ ਕੇ ਤੁਰਿਆ ਹਾਂ। ਤੇ ਯਾਦ ਰੱਖਿਓ ਸਾਧ ਸੰਗਤ ਜੀ, ਉਹੀ ਸੰਗਤ ਪੰਥ ਦਾ ਰੂਪ ਧਾਰਨ ਕੀਤਾ ਜਿਸ ਨੂੰ ਖਾਲਸਾ ਪੰਥ ਕਹਿੰਦੇ ਹਾਂ, ਤੇ ਉਹੀ ਬਾਣੀ ਗ੍ਰੰਥ ਦਾ ਰੂਪ ਧਾਰਨ ਕਰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚ ਦਾ ਸਿੱਕਾ ਸੰਸਾਰ ਵਿੱਚ ਚਲਾਇਆ। ਇਹ ਨਾਮ ਦਾ, ਇਹ ਬਾਣੀ ਦਾ, ਸ਼ਬਦ ਦਾ ਸਿੱਕਾ ਸੰਸਾਰ ਵਿੱਚ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਲਾ ਦਿੱਤਾ। ਇਸ ਨਿਰਪਲ ਪੰਥ ਦੇ ਵਿੱਚ ਮਹਾਰਾਜ ਨੇ ਫਿਰ ਵਾਧਾ ਕਰਨਾ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ, ਜਿਹਦੇ ਵਿੱਚ ਕੋਈ ਮੈਲ ਨਹੀਂ, ਜਿਹਦੇ ਵਿੱਚ ਕੋਈ ਵਾਧੂ ਲਾਲਚ ਨਹੀਂ। ਅੱਜ ਤੇ ਸਾਧ ਸੰਗਤ ਜੀ ਆਪਣੀ ਉਮਤ ਵਧਾਉਣ ਵਾਸਤੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਨੇ। ਗੁਰੂ ਨਾਨਕ ਸਾਹਿਬ, ਯਾਦ ਰੱਖਿਓ ਸਾਧ ਸੰਗਤ ਜੀ, ਗੁਣਾਂ ਦੇ ਵਪਾਰੀ ਸਨ। ਗੁਰੂ ਨਾਨਕ ਸਾਹਿਬ ਗਿਣਤੀਆਂ ਦੇ ਵਪਾਰੀ ਨਹੀਂ ਸਨ। ਗੁਰੂ ਨਾਨਕ ਸਾਹਿਬ ਗੁਣਾਤਮਕ ਲੋਕਾਂ ਦੇ ਕੋਲ ਗਏ, ਨਾ ਕਿ ਗਿਣਨਾਤਮਕ ਲੋਕਾਂ ਦੇ ਕੋਲ ਗਏ। ਮਹਾਰਾਜ ਨੇ ਹਰ ਇੱਕ ਦੇ ਭਲੇ ਦੇ ਵਾਸਤੇ ਸ਼ਬਦ ਉਚਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਧ ਸੰਗਤ ਜੀ 19 ਰਾਗਾਂ ਦੇ ਵਿੱਚ 958 ਸ਼ਬਦ ਉਚਾਰਨ ਕੀਤੇ। ਤੇ ਜਿਹੜੀ ਭਗਤਾਂ ਦੀ ਬਾਣੀ ਮਹਾਰਾਜ ਨੇ ਇਕੱਤਰ ਕੀਤੀ ਸੀ, ਇੱਕ ਉਹ ਪੋਥੀ ਤੇ ਇੱਕ ਹਜ਼ੂਰ ਦੀ ਆਪਣੀ ਪੋਥੀ। ਇਹ ਜਿਹੜੀਆਂ ਦੋ ਪੋਥੀਆਂ ਸਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ, ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਤੇ ਮਹਾਰਾਜ ਨੇ ਇਹ ਬਾਣੀ ਦਾ ਖਜ਼ਾਨਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਝੋਲੀ ਦੇ ਵਿੱਚ ਪਾਇਆ, ਉਹਨਾਂ ਨੂੰ ਸੌਂਪ ਦਿੱਤਾ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਬਾਣੀ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਆਏ ਸਨ। ਬਾਬਾ ਲਹਿਣਾ ਦੇ ਰੂਪ ਦੇ ਵਿੱਚ ਇੱਕ ਦਿਨ ਮਹਾਰਾਜ ਘਰੋਂ ਬਾਹਰ ਨਿਕਲੇ ਤੇ ਬਾਬਾ ਲਹਿਣਾ ਜੀ ਨੇ ਕਿਸੇ ਦੀ ਜ਼ੁਬਾਨ ਤੋਂ ਇੱਕ ਮਿੱਠਾ ਸ਼ਬਦ ਸੁਣਿਆ। ਆਸਾ ਕੀ ਵਾਰ ਦੀ 21 ਨੰਬਰ ਪੌੜੀ, ਜਿਸ ਨੂੰ ਗਾ ਰਿਹਾ ਸੀ ਭਾਈ ਜੋਧ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸੋ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਤ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਬਾਬੇ ਲਹਿਣੇ ਨੇ ਪੁੱਛਿਆ ਕਿ ਭਾਈ ਜੋਧ, ਇਹ ਕਿਹਦੀ ਬਾਣੀ ਹੈ, ਕਿਹਦਾ ਸ਼ਬਦ ਤੋਂ ਪੜ੍ਹਦਾ ਪਿਆ ਹੈ? ਇਸ ਨੂੰ ਸੁਣ ਕੇ ਬੜਾ ਸਕੂਨ ਮਿਲਿਆ। ਤੇ ਭਾਈ ਜੋਧ ਨੇ ਆਖਿਆ ਕਿ ਇਹ ਮੇਰੇ ਗੁਰੂ ਨਾਨਕ ਦਾ ਸ਼ਬਦ ਹੈ, ਮੇਰੇ ਗੁਰੂ ਨਾਨਕ ਦੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਮੈਂ ਸੁਣੇ ਨੇ। ਤੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨਾਂ ਦੇ ਵਿੱਚ ਗਏ। ਹਜ਼ੂਰ ਨੇ 7 ਸਾਲ ਲਗਾਤਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ। ਸਾਧ ਸੰਗਤ ਜੀ 1539 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਸਾਰੀ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਦੇਵ ਜੀ ਦੇ ਪਾਸ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ 1539 ਤੋਂ ਲੈ ਕੇ 1552 ਤੱਕ ਗੁਰਗੱਦੀ ਦੀ ਸੇਵਾ ਕਰਦੇ ਨੇ। ਤੇ ਇਹਨਾਂ ਸਾਲਾਂ ਦੇ ਦੌਰਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਬਾਣੀ ਦੇ ਖਜ਼ਾਨੇ ਵਿੱਚ ਆਪ ਵਾਧਾ ਕੀਤਾ।
ਹਜ਼ੂਰ ਨੇ 63 ਸ਼ਲੋਕ ਉਚਾਰਨ ਕੀਤੇ। ਉਹ ਕਿਸੇ ਰਾਗ ਦੇ ਵਿੱਚ ਤੇ ਨਹੀਂ, ਪਰ ਉਹ ਵਾਰਾਂ ਦੇ ਨਾਲ ਉਹ ਸ਼ਲੋਕ ਜਿਹੜੇ ਅੰਕਿਤ ਕੀਤੇ ਗਏ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਦੇ ਵੱਲੋਂ। ਜਦੋਂ ਆਪਾਂ ਆਸਾ ਕੀ ਵਾਰ ਦੀ ਬਾਣੀ ਸਰਵਣ ਕਰਦੇ ਹਾਂ ਸਾਧ ਸੰਗਤ ਜੀ, ਇਸ ਬਾਣੀ ਦੇ ਵਿੱਚ 60 ਸ਼ਲੋਕ ਨੇ ਤੇ ਜਿਨ੍ਹਾਂ ਦੇ ਵਿੱਚੋਂ 15 ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਉਚਾਰਨ ਕੀਤੇ ਹੋਏ ਹਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਆਪਣੀ ਬਾਣੀ, ਗੁਰੂ ਨਾਨਕ ਸਾਹਿਬ ਦੀ ਪੋਥੀ, ਉਹ ਬਾਣੀ ਤੇ ਭਗਤਾਂ ਦੀ ਬਾਣੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪ੍ਰਭ ਪੁਰ ਪਿਆਨਾ ਕਰਨ ਦਾ ਸਮਾਂ ਨੇੜੇ ਆਇਆ ਸਾਧ ਸੰਗਤ ਜੀ, ਤੇ ਇਹ ਸਾਰੀ ਦੀ ਸਾਰੀ ਜਿਹੜੀ ਬਾਣੀ ਹੈ ਨਾ, ਇਹਦਾ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਨੂੰ ਸੌਂਪ ਦਿੱਤਾ। ਤੁਸੀਂ ਵੇਖੋ ਕੈਸੀ ਬਾਕਮਾਲ ਇਹ ਗੱਲ ਹੈ ਕਿ ਗੁਰੂ ਅਮਰਦਾਸ ਮਹਾਰਾਜ ਜਿਹੜੇ ਕਈ ਸਾਲ ਲਗਭਗ 21 ਵਾਰ ਗੰਗਾ ਦੀ ਯਾਤਰਾ ਤੇ ਗਏ, ਪਰ ਉਹ ਸਕੂਨ ਨਾ ਮਿਲਿਆ। ਅੱਜ ਅੰਮ੍ਰਿਤ ਵੇਲੇ ਬੀਬੀ ਅਮਰੋ ਦੇ ਮੁਬਾਰਕ ਮੁਖ ਤੋਂ ਇੱਕ ਸ਼ਬਦ ਸਰਵਣ ਕੀਤਾ ਤੇ ਪੁੱਛਿਆ ਕਿ ਬੇਟਾ ਇਹ ਕਿਹਦਾ ਸ਼ਬਦ ਹੈ। ਬੀਬੀ ਅਮਰੋ ਕੌਣ ਸੀ ਸਾਧ ਸੰਗਤ ਜੀ? ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਟੀ ਸਨ ਬੀਬੀ ਅਮਰੋ, ਤੇ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਦੇ ਵੱਲ ਬੀਬੀ ਅਮਰੋ ਜਿਹੜੀ ਸੀ ਉਹ ਵਿਆਹੀ ਸੀ। ਅੰਮ੍ਰਿਤ ਵੇਲੇ ਸੁਭਾਵਿਕ ਜੀ ਗੱਲ ਸੀ, ਉਹਨਾਂ ਸਮਿਆਂ ਵਿੱਚ ਬੀਬੀਆਂ ਨੇ ਦੁੱਧ ਰਿੜਕਣਾ ਤੇ ਨਾਲ ਬਾਣੀ ਵੀ ਪੜ੍ਹਨੀ। ਗੁਰੂ ਅਮਰਦਾਸ ਮਹਾਰਾਜ ਜਿਹੜੇ ਬਾਬਾ ਅਮਰਦਾਸ ਦੇ ਰੂਪ ਦੇ ਵਿੱਚ ਸਨ, ਸ਼ਬਦ ਸੁਣਿਆ ਤੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਸਾਧ ਸੰਗਤ ਜੀ ਰੱਜ ਕੇ ਸੇਵਾ ਕੀਤੀ। 12 ਸਾਲ ਗਾਗਰ ਢੋ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇਸ਼ਨਾਨ ਦੀ ਸੇਵਾ ਕੀਤੀ। ਆਪਣੀ ਉਮਰ ਦੀ ਪਰਵਾਹ ਨਹੀਂ ਕੀਤੀ, ਕੁੜਮਾਚਾਰੀ ਦੀ ਪਰਵਾਹ ਨਹੀਂ ਕੀਤੀ ਕਿ ਲੋਕ ਕੀ ਆਖਣਗੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਸੇਵਾ ਕੀਤੀ ਤੇ ਬਖਸ਼ਿਸ਼ ਪ੍ਰਾਪਤ ਕੀਤੀ। ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਰਿਆਈ ਪ੍ਰਾਪਤ ਹੋਈ। ਸਾਰੀ ਦੀ ਸਾਰੀ ਬਾਣੀ ਦਾ ਖਜ਼ਾਨਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਲਗਭਗ 1552 ਤੋਂ ਲੈ ਕੇ ਸਾਧ ਸੰਗਤ ਜੀ 1574 ਈਸਵੀ ਤੱਕ 22 ਸਾਲ ਲਗਭਗ ਗੁਰਗੱਦੀ ਦੀ ਸੇਵਾ ਨਿਭਾਈ। ਇਹਨਾਂ ਸਮਿਆਂ ਦੇ ਦੌਰਾਨ ਜਿੱਥੇ ਗੁਰੂ ਅਮਰਦਾਸ ਨੇ ਹੋਰ ਮਹਾਨ ਕਾਰਜ ਕੀਤੇ, ਗੁਰੂ ਅਮਰਦਾਸ ਮਹਾਰਾਜ ਨੇ 17 ਰਾਗਾਂ ਦੇ ਵਿੱਚ 885 ਸ਼ਬਦ ਉਚਾਰਨ ਕੀਤੇ। ਜਿਹੜੇ 19 ਰਾਗ ਗੁਰੂ ਨਾਨਕ ਦੇਵ ਮਹਾਰਾਜ ਨੇ ਵਰਤੇ, ਉਹਨਾਂ ਦੇ ਵਿੱਚੋਂ 2 ਰਾਗ ਤਿਲੰਗ ਰਾਗ ਤੇ ਤੁਖਾਰੀ ਰਾਗ ਦੀ ਵਰਤੋਂ ਗੁਰੂ ਅਮਰਦਾਸ ਮਹਾਰਾਜ ਨੇ ਨਹੀਂ ਕੀਤੀ। ਬਾਕੀ ਰਾਗਾਂ ਦੀ ਵਰਤੋਂ ਕਰਕੇ ਹਜ਼ੂਰ ਨੇ ਆਪਣੀ ਇੱਕ ਬਾਣੀ ਦੀ ਪੋਥੀ ਤਿਆਰ ਕੀਤੀ। ਹੁਣ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬੈਠਣ ਜਾ ਰਹੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਪੋਥੀ ਜਿਹੜੀ ਹੈ ਅਤੇ ਜੋ ਹਜ਼ੂਰ ਨੇ ਆਪਣੀ ਬਾਣੀ ਉਚਾਰਨ ਕੀਤੀ, ਉਹ ਸਾਰੀ ਦੀ ਸਾਰੀ ਬਾਣੀ ਦਾ ਖਜ਼ਾਨਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੌਂਪ ਦਿੱਤਾ। ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਬਾਬਤ ਇਹ ਬਾਣੀ ਵਿੱਚ ਬਚਨ ਆਏ ਨੇ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਯਾਦ ਰੱਖਿਓ, ਸ਼ਬਦ ਦੀ ਨਿਸ਼ਾਨੀ ਲਾਈ ਗਈ, ਭਾਵ ਉਹ ਸ਼ਬਦ ਜਿਹੜਾ ਸਦੀਵ ਕਾਲ ਵਾਸਤੇ ਹੈ, ਉਹ ਸ਼ਬਦ ਦਾ ਤਿਲਕ ਲਾਇਆ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ, ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਬਾਣੀ ਦੀ ਇਹ ਸਾਰੀ ਖਜ਼ਾਨਾ ਪ੍ਰਾਪਤ ਹੋਇਆ, ਹਜ਼ੂਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਜੀ 30 ਰਾਗਾਂ ਦੇ ਵਿੱਚ ਹਜ਼ੂਰ ਨੇ ਲਗਭਗ 647 ਸ਼ਬਦ ਉਚਾਰਨ ਕੀਤੇ। ਇਹ ਸਾਰੀ ਦੀ ਸਾਰੀ ਬਾਣੀ ਦਾ ਖਜ਼ਾਨਾ ਜਿਹੜਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਭਪੁਰ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ।